ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਪਿਛਲੇ ਕੁਝ ਦਿਨਾਂ ਤੋਂ ਨਵਾਂ ਚੈਪਟਰ ਸਟਾਰਟ ਕੀਤਾ, ਐਨੀ ਨੰਬਰ ਆਫ ਫੋਰਸਿਸ ਐਕਟ ਐਟ ਅ ਪੁਆਇੰਟ। ਜਿਹੜਾ ਇਸ ਤੋਂ ਪਹਿਲਾਂ ਚੈਪਟਰ ਕੀਤਾ ਸੀ ਉਹ 'ਚ 2 ਫੋਰਸ ਐਕਟ ਕਰ ਰਹੀਆਂ ਸੀਗੀਆਂ ਜਾਂ 3 ਫੋਰਸ ਇਕੁਇਲਿਬਰੀਅਮ ਦੇ ਵਿੱਚ ਸੀਗੀਆਂ। ਇਹਦੇ ਵਿੱਚ ਜਿੰਨੀਆਂ ਮਰਜ਼ੀ ਫੋਰਸਾਂ ਹੋਣ ਆਪਣੇ ਕੋਲ, ਅਤੇ ਇਹਦੇ ਵਿੱਚ ਆਪਾਂ ਨੇ ਕੰਸੈਪਟ ਕਰਨਾ ਹੈਗਾ। ਜਿਹੜਾ ਕੰਸੈਪਟ ਆਪਾਂ ਲਾਸਟ ਚੈਪਟਰ ਕੀਤਾ ਸੀਗਾ ਕਿ ਫੋਰਸਾਂ ਕਾਫੀ ਸਾਰੀਆਂ ਨੇ ਅਤੇ ਉਹਨਾਂ ਵਿੱਚ ਇਕੁਇਲਿਬਰੀਅਮ ਆ। ਜੇ ਕੰਸੈਪਟ ਧਿਆਨ ਦੇ ਵਿੱਚ ਹੋਵੇ, ਪਹਿਲਾਂ ਆਪਾਂ ਰਿਜ਼ੋਲਵਡ ਪਾਰਟ ਅਲੋਂਗ ਐਕਸ ਐਕਸਿਸ ਕੱਢਿਆ ਸੀਗਾ, ਇਹਨੂੰ 0 ਕੀਤਾ ਸੀ। ਰਿਜ਼ੋਲਵਡ ਪਾਰਟ ਅਲੋਂਗ ਵਾਈ ਐਕਸਿਸ ਕਰਕੇ ਇਹਨੂੰ 0 ਕੀਤਾ ਸੀ। ਇਹਨਾਂ ਦੇ ਵਿੱਚੋਂ ਆਪਾਂ ਫਿਰ ਜੋ ਉਹਨੇ ਪੁੱਛਿਆ ਸੀ ਉਹ ਕੱਢਿਆ ਸੀ ਆਪਾਂ ਨੇ। ਹੁਣ ਇਹਦੇ ਉੱਪਰ ਹੀ ਬੇਸ ਆਪਾਂ ਨੂਮੈਰੀਕਲ ਕਰਵਾਉਣੇ ਨੇ। ਕੁਛ ਨੂਮੈਰੀਕਲ ਅੱਜ ਕਰਨੇ ਹੈਗੇ ਨੇ। ਮੈਂ ਸਟੇਟਮੈਂਟ ਬੋਲ ਰਿਹਾ ਜੀ, ਤੁਸੀਂ ਸਟੇਟਮੈਂਟ ਦੇਖ ਲਓ। ਇਹ ਨੂਮੈਰੀਕਲ ਅਜਿਹੇ ਨੂਮੈਰੀਕਲ ਨੇ, ਜੇ ਹੁਣ ਸਟੇਟਮੈਂਟ ਪੜ੍ਹਾਂਗੇ ਆਪਾਂ, ਜੇ ਪਹਿਲੀ ਵਾਰੀ ਸਟੇਟਮੈਂਟ ਪੜ੍ਹੋਗੇ ਤਾਂ ਤੁਸੀਂ ਕਨਫਿਊਜ਼ ਹੋਵੋਗੇ, ਨਾ ਤੁਹਾਨੂੰ ਸਮਝ ਆਉਣਾ ਹੈਗਾ ਕਿ ਸਟੇਟਮੈਂਟ ਕਹਿੰਦੀ ਕੀ ਹੈ। ਮਤਲਬ ਕਿ ਸਟਾਰਟਿੰਗ ਜਦੋਂ ਕੁਐਸਚਨ ਟਰਾਈ ਕਰਨੇ ਸ਼ੁਰੂ ਕਰੋਗੇ, ਹੋ ਸਕਦਾ ਕੁਐਸਚਨ ਤੁਹਾਡੇ ਤੋਂ ਨਾ ਸੋਲਵ ਹੋਣ, ਅਤੇ ਘਬਰਾਉਣਾ ਨਹੀਂ ਹੈਗਾ। ਜਿਵੇਂ ਜਿਵੇਂ ਆਪਾਂ ਕੁਐਸਚਨ ਟਰਾਈ ਕਰੀ ਜਾਵਾਂਗੇ ਉਵੇਂ ਉਵੇਂ ਆਪਾਂ ਨੂੰ ਸਮਝ ਆਈ ਜਾਊਗਾ। ਇਸ ਕਰਕੇ ਜਿਹੜੇ ਕੁਐਸਚਨ ਆਪਾਂ ਕਰਾਂਗੇ ਪਹਿਲਾਂ ਤੁਸੀਂ ਉਹ ਘਰੇ ਰਿਪੀਟ ਕਰ ਲਿਆ ਕਰੋ, ਅਤੇ ਬਾਅਦ ਵਿੱਚ ਜਦੋਂ ਤੁਹਾਨੂੰ ਹੋਮਵਰਕ ਦਿੱਤਾ ਗਿਆ ਹੈਗਾ ਉਹ ਹੋਮਵਰਕ ਕੰਪਲੀਟ ਕਰ ਲਿਆ ਕਰੋ ਆਪਣਾ। तो स्टेटमेंट पढ़ रहे हैं, देखो स्टेटमेंट की है। ABCD is a string suspended from a point A and D and it carries a weight 20 kg at B, a weight W kg at C. The portion AB is horizontal and BC comma CD make angles 60 degree and 30 degree with the vertical. Find W and the tension in the 3 portions of the string. ਹੁਣ ਇਹ ਸਟੇਟਮੈਂਟ ਸਮਝ ਨਹੀਂ ਆਉਣੀ ਹੈਗੀ ਜਿੰਨ ਤੱਕ ਪੁਰਾਣਾ ਕੰਮ ਆਪਾਂ ਪ੍ਰੋਪਰ ਕਲੀਅਰ ਨਹੀਂ ਪੜ੍ਹਦੇ ਹੈਗੇ ਜੀ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਟੈਂਸ਼ਨ ਕੀ ਹੁੰਦੀ ਹੈਗੀ ਆ, ਸਟਰਿੰਗ ਕਿੱਦਾਂ ਬਣੇਗੀ। ਹੁਣ ਜੇ ਪੁਰਾਣੇ ਲੈਕਚਰ ਲਾਏ ਹੋਣਗੇ ਤਾਂ ਲੱਗੂ ਪਤਾ ਕਿ ਟੈਂਸ਼ਨ ਕੀ ਹੁੰਦਾ, ਟੈਂਸ਼ਨ ਕਿਵੇਂ ਆਊਗੀ। ਜੋ ਡਾਇਗਰਾਮ ਬਣਾ ਰਹੇ ਹਾਂ ਆਪਾਂ, ਸਮਝ ਆ ਜਾਏਗਾ ਕਿਵੇਂ। ਇਹ ਆਪਾਂ ਰੱਬ ਕਰ ਦਈਏ। ਇਹ ਪਹਿਲਾਂ ਵੀ ਬਹੁਤ ਵਾਰੀ ਗੱਲ ਕੀਤੀ ਹੈਗੀ ਆ ਕਿ ਇਸ ਚੈਪਟਰ ਦੇ ਵਿੱਚ ਮੇਨ ਡਾਇਗਰਾਮ ਆ। ਜੇ ਤੁਹਾਨੂੰ ਡਾਇਗਰਾਮ ਬਣਾਉਣੀ ਆ ਗਈ ਅਤੇ ਤੁਹਾਨੂੰ ਕੰਸੈਪਟ ਫਾਰਮੂਲੇ ਸਾਰੇ ਪਤਾ ਹੈਗੇ ਨੇ, ਤੁਹਾਡਾ 50% ਕੰਮ ਹੋ ਗਿਆ। ਬਾਕੀ 50% ਤੁਹਾਡਾ ਆਪਣਾ ਮਾਈਂਡ ਹੈਗਾ ਕਿ ਉਹ ਫਾਰਮੂਲੇ ਜਿਹੜੇ ਤੁਹਾਨੂੰ ਪਤਾ ਹੈਗੇ ਨੇ ਉਹ ਕਿਵੇਂ ਯੂਜ਼ ਕਰਨੇ ਨੇ। ਉਹ 50% ਬਾਕੀ ਤੁਹਾਡੇ ਪ੍ਰੈਕਟਿਸ ਦੇ ਉੱਪਰ ਡਿਪੈਂਡ ਕਰਦੇ ਨੇ। ਜੋ ਕਰਦੇ ਹਾਂ ਆਪਾਂ ਅੱਗੇ, ਦਿੱਤਾ ਕਿ ਹੁਣ ABCD ਸਟਰਿੰਗ ਇਹ ਲਮਕਾਈ ਹੋਈ ਹੈ, ਸਸਪੈਂਡ ਹੋ ਗਿਆ, ਲਮਕਾਉਣਾ ਹੋਇਆ, ਲਮਕਾਈ ਹੋਈ ਆ A ਅਤੇ D ਪੁਆਇੰਟ ਤੋਂ। ਹੁਣ ਜੇ ਪਿੱਛੇ ਕੁਐਸਚਨ ਧਿਆਨ 'ਚ ਹੋਣ, ਉੱਥੇ ਕਿਹਾ ਹੁੰਦਾ ਸੀ ਕਈ ਵਾਰੀ ਕਿ ਵੇਅਰ A ਐਂਡ D ਆਰ ਇਨ ਸੇਮ ਲੈਵਲ। ਇੱਕ ਸੇਮ ਲੈਵਲ ਦਾ ਕੁਐਸਚਨ ਪਹਿਲਾਂ ਆਇਆ ਸੀਗਾ ਜੀ। ਇੱਕ ਲਿਖਿਆ ਹੋਇਆ ਸੀ A ਐਂਡ D ਆਰ ਇਨ ਹੌਰੀਜ਼ੌਂਟਲ ਲਾਈਨ। ਇਹ 'ਚ ਕੁਛ ਨਹੀਂ ਕਿਹਾ ਆਪਾਂ ਨੂੰ, ਇਸ ਕਰਕੇ ਆਪਾਂ A ਨਹੀਂ ਪਤਾ ਕਿੱਥੇ ਆਊਗਾ, D ਨਹੀਂ ਪਤਾ ਕਿੱਥੇ ਆਊਗਾ। ਆਪਾਂ ਇੱਦਾਂ ਬਣਾਉਣਾ, ਵੈਸੇ ਰਫ ਡਾਇਗਰਾਮ ਬਣਾ ਰਹੇ ਹਾਂ, ਬਾਕੀ ਫਿਰ ਬਾਅਦ 'ਚ ਬਣਾਵਾਂਗੇ। ਇਹ ਮੰਨ ਲਓ A ਆ, ਇੱਥੇ D। ਸਟਰਿੰਗ ਇੱਦਾਂ ਸਸਪੈਂਡ ਕਰਤੀ। ਜੇ ਸਟਰਿੰਗ ਸਸਪੈਂਡ ਕਰਾਂਗੇ, ਲਮਕਾਵਾਂਗੇ ਆਪਾਂ, ਉਹ ਫ੍ਰੀ ਰਹੂਗੀ। ਕੀ ਕੀਤਾ ਉਸ ਤੋਂ ਬਾਅਦ ਉਹਨਾਂ ਨੇ, ਜਿਹੜਾ B ਪੁਆਇੰਟ ਹੈਗਾ ਉਹਦੇ ਉੱਪਰ ਉਹਨਾਂ ਨੇ, ਹੁਣੇ ਪਤਾ ਨਹੀਂ ਕਿ A ਉੱਪਰ ਬਣਾਉਣਾ ਕਿ D ਉੱਪਰ ਬਣਾਉਣਾ, ਕੁਛ ਨਹੀਂ ਪਤਾ ਆਪਾਂ ਨੂੰ। ਜੋ ਸਾਰੀ ਸਟੇਟਮੈਂਟ ਆਪਾਂ ਪੜ੍ਹਾਂਗੇ ਧਿਆਨ ਨਾਲ, ਉਦੋਂ ਫਿਰ ਕਲੀਅਰ ਹੋ ਜਾਊਗਾ ਕਿ ਡਾਇਗਰਾਮ ਪ੍ਰੋਪਰ ਕਿੱਦਾਂ ਬਣੂਗੀ। ਫਿਲਹਾਲ ਆਪਾਂ A ਨੀਚੇ ਮੰਨ ਲਿਆ, D ਉੱਪਰ ਮੰਨ ਲਿਆ। ਇਸ ਤੋਂ ਬਾਅਦ ਇਟ ਕੈਰੀਜ਼ ਅ ਵੇਟ 20 kg ਐਟ B। ਹੁਣ ABCD ਆ ਰਿਹਾ, B ਪੁਆਇੰਟ ਪਹਿਲਾਂ ਆਊਗਾ, ਫਿਰ C, ਫਿਰ D। ਕਿ B ਪੁਆਇੰਟ 'ਤੇ ਵੇਟ ਲਮਕ ਰਿਹਾ ਹੈਗਾ 20 kg ਦਾ, ਅਤੇ C ਪੁਆਇੰਟ 'ਤੇ ਕਿੰਨਾ ਵੇਟ ਹੈਗਾ ਜੀ, W kg ਦਾ। ਅੱਗੇ ਲਾਈਨ ਪਾਈ ਇਹਦਾ ਪੋਰਸ਼ਨ AB ਇਜ਼ ਹੌਰੀਜ਼ੌਂਟਲ। ਜਿਹੜਾ AB ਪੋਰਸ਼ਨ ਆ ਇਹ ਹੌਰੀਜ਼ੌਂਟਲ ਆ, ਸਿੱਧਾ ਹੋਣਾ ਚਾਹੀਦਾ। ਇਹ ਗੱਲਾਂ ਧਿਆਨ ਰੱਖਣੀਆਂ ਨੇ। AB ਸਿੱਧਾ ਬਣਾਉਣਾ ਆਪਾਂ ਨੇ, ਬਾਕੀ ਲੱਗ ਜਾਏਗਾ ਪਤਾ। AB ਸਿੱਧਾ ਬਣਾਇਆ ਅਤੇ B 'ਤੇ ਵੇਟ ਕਿੰਨਾ ਲਮਕਾਇਆ ਆਪਾਂ, ਹੈਂਗ ਕੀਤਾ ਹੈਗਾ ਜਾਂ ਕੈਰੀ ਕੀਤਾ ਹੋਇਆ ਇਹਨੇ। ਇਹ 20 kg B ਉੱਪਰ ਵੇਟ ਆ। ਇਸ ਤੋਂ ਬਾਅਦ
सी उपर वेट दिता है उन्होंने सी WKG है, वो भी गिवन ਆਪਾਂ ਨੂੰ BC ਤੇ CD ਇਹ ਦੋਨੇ ਜਿਹੜੀਆਂ ਹੈਗੀਆਂ ਨੇ वर्टिकल ਦੇ ਨਾਲ 60-30 एंगल बना रही ने। वर्टिकल ਕਿਹੜਾ ਹੁੰਦਾ, ਇਹ हॉरिजॉन्टल ਹੁੰਦਾ, ਸਿੱਧਾ वर्टिकल ਹੁੰਦਾ जी। ਜਿਹੜਾ BC हैगा वो 60 एंगल बना रहा है, ਜਿਹੜਾ CD हैगा वो 30 एंगल बना रहा वर्टिकल ਦੇ ਨਾਲ। ਉਹ ਦੇਖਿਓ ਧਿਆਨ ਨਾਲ। आ सीधी आ स्ट्रिंग सीधा होंदा, घुमा के नहीं पानी हैगी। आ C पॉइंट आ D है, देखो इत्थे वेट आप हैंग किया होया हैगा, लमकाया होया हैगा WKG का। इन्हें थोड़ा पिछे बना रहे हैं, ये सारी की बन गई अपने को वर्टिकल। ये वर्टिकल होंदी है खड़े लोड, लंबे लोड हॉरिजॉन्टल होंदा जी। हुण देखो जी आ स्ट्रिंग हैगी आ वर्टिकल दे नाल 60 एंगल बना रही है, एंगल 60 वड्डा दिखाउणा आपां ने, तो ये जी हैगी आ CD स्ट्रिंग वर्टिकल दे नाल 30 एंगल छोटा बनाना। ये डायग्राम इदां बन गई, मतलब ये हॉरिजॉन्टल आ, जिहड़ा आ वाला हिस्सा 60 एंगल बना रहा, तो आ वाला हिस्सा 30 एंगल बना रहा है। हुण तुहानूं गल समझाउणी आ, प्रॉब्लम मेरे विच ये आ कि जिन्नी तुसीं अपने वल्लों प्रैक्टिस करोगे डायग्राम बना दे, तुहानूं कंसैप्ट उन्ने क्लीयर होणगे। इदा नहीं है कि जो डायग्राम बोर्ड से टीचर ने बनाती तुसीं उही डायग्राम बस बना लेनी है। ये सोचना भी आपां ने कि A पॉइंट नीचे मन्निया सी, D उपर मन्निया सी, ये डायग्राम बना ली। आपां किहड़ा किते मैंशन थोड़ी है कि A नीचे मनना D उपर मनना, की पता A उपर होवे D नीचे होवे, वही मन के देखते हैं आपां। एक्चुअली प्रॉब्लम ये है कि डाउट सिर्फ वो बच्चे नूं आउणगे जिहड़ा बच्चा पढ़ रहा है, ਉਹਦੇ ਦਿਮਾਗ 'ਚ ਇਹ ਗੱਲਾਂ ਆਉਣਗੀਆਂ ਕਿ ਟੀਚਰ ਨੇ ਡਾਇਗਰਾਮ ਇੱਦਾਂ ਕਿਉਂ ਬਣਾਤੀ। ਆਪਾਂ ਨੂੰ ਕਿਤੇ ਗਿਵਨ ਆ ਕਿ A ਨੀਚੇ ਮੰਨਣਾ ਕਿ D ਉੱਪਰ ਮੰਨਣਾ, ਉਹ ਗੱਲ ਹੋ ਰਿਹਾ ਨੇ। ਪਿੱਛੇ ਕੁਐਸਚਨ ਕੀਤੇ ਸੀ ਆਪਾਂ ਨੇ, ਉਹਨਾਂ ਦੇ ਵਿੱਚ ਦਿੱਤਾ ਸੀ ਕਿ A ਤੇ D ਆਪਾਂ ਸੇਮ ਲੈਵਲ 'ਚ ਬਣਾਉਣੇ ਆ ਜਾਂ ਇੱਕ ਹੌਰੀਜ਼ੌਂਟਲ ਲਾਈਨ 'ਤੇ ਬਣਾਉਣੇ ਆ, ਉਹ ਬਣਾ ਲਏ ਸੀ ਆਪਾਂ ਨੇ। ਹੁਣ ਇਹ 'ਚ ਕਿਹੜਾ ਕੋਈ ਗਿਵਨ ਆ ਕਿ A ਨੀਚੇ ਬਣਾਉਣਾ ਕਿ D ਉੱਪਰ ਬਣਾਉਣਾ, ਤਾਂ ਇਹ ਤੁਸੀਂ ਆਪ ਦਿਮਾਗ ਲਾਣਾ ਬਣਾ ਕੇ। ਜਿੰਨਾ ਮਾਈਂਡ ਯੂਜ਼ ਕਰੋਗੇ ਤੁਹਾਡਾ ਓਨੇ ਕੁਐਸਚਨਸ ਨੂੰ ਸਮਝ ਆਉਣਗੇ, ਤੁਹਾਡਾ ਓਨਾ ਇੰਟਰਸਟ ਬਣੇਗਾ। जिमें डायग्राम ये क्वेश्चन दियाँ ने अगे अगे आप टॉपिक करांगे, सारिया डायग्राम अगे समझण वालियां आउणगियां, सौखियां सौखियां पिछे लंघ गईयां। जिहड़े पिछे चैप्टर किते काम सौखा निकल गया। हुण जिहड़े अगे टॉपिक आऊगा जी, सारे डायग्राम समझण वालियां होणगियां। इस करके अपना काम करी जाओ नाल ते प्रॉब्लम पुछी जाओ जी। A पॉइंट मान लीए जी, आप उपर मान लीए। हुण आ डाउट आ रहा है कि आप A पॉइंट तो नीचे मन्निया तो डायग्राम लग रहा कुछ अजे प्रॉपर नहीं समझे डायग्राम किद्दां बनी है। A पॉइंट उपर मान लीए आप, तो D पॉइंट आप नीचे मान लीए। हुण डायग्राम बनाने की कोशिश करिए जी। आप जो डायग्राम बनाइए आप दिता की है कि A तो B की ने हॉरिजॉन्टल, A भी हॉरिजॉन्टल होवे, इत्थे की लमकाया है अपन वेट कितना जी 20 kg। उस तो बाद आ C ये देख लेना एंगल, ये वर्टिकल है जी। इत्थे वेट कितना हैंग किया है W, ये आप देख लेना। ये एंगल जो छोटा बनाना है, डायग्राम इदा बने कि एंगल छोटा होवे ते एंगल वड्डा हो दिता है ना, एक 60 एक 30 है। देखने लगे वड्डा छोटा, देखने लगे कि वड्डा छोटा एंगल, आ डायग्राम बनाया जी। हुण ये अपनी कॉमन सेंस है इस तो बाद कि ये डायग्राम सही बनाई है कि यह डायग्राम सही बनाई है। A उपर मन्निया, D नीचे मन्निया, ये A नीचे मन्निया, D उपर मन्निया। हुण ये गल देखनी है पर डायग्राम जी सही लगती है कि तुहानूं लग रहा है कि जे इत्थे वेट आप लमकावांगे, कॉमन सेंस अपनी, ये धागा स्ट्रिंग इत्थे वेट बन्नांगे, ये भार दे नाल नीचे नहीं हो जाऊगा। मतलब जिथे भार पावांगे, इत्थे बन्निया है वेट आप, जे वेट बन्नांगे धागे उपर तो ये भार दे नाल नीचे नहीं हो जाऊगा। डायग्राम इदां नहीं बनूगी जिसमें समझा रही है कुछ। जे भार इत्थे बन्नांगे कि हवा च लमके रहूगा धागा, नहीं, वेट करके ये नीचे आऊगा, नीचे जाऊगा ना, भार करके नीचे आ जाएगा। जो नीचे आएगा आ भी नीचे आएगा, डायग्राम इदां बनेगी। डायग्राम जो इदां बनेगी
पर उन्होंने किया हैगा फिर इत्थे बी ते वेट आ जाएगा। पर उन्होंने ये स्पैशल मैंशन किया कि डायग्राम इदां होवे तुहाडी कि ए बी हमेशा की होवे हॉरिजॉन्टल। तुसी जे ए उपर मन्नोगे डी नीचे मन्नोगे, जिन्ना मर्जी कोशिश कर ली आपां, जे वेट बन्नांगे धागा जिहड़ा स्ट्रिंग आ हॉरिजॉन्टल नहीं रहूगी, वो नीचे आ जाऊगी। जे नीचे आ जाएगी फिर मतलब कि डायग्राम जिहड़ी हैगी आ उहदे विच ए बी कदे भी हॉरिजॉन्टल नहीं रहना है। हुण आ देखो फिर ये डायग्राम सही लग रही है आपां नूं, ये तुहानूं लग रहा सही लग रही है, क्यों इत्थे खिचा पाया आपां, इत्थे खिचाया पाया, ठीक लग रहा आपां नूं कि वेट ये हॉरिजॉन्टल रह सकदा। जिवें आ देखो जी आ ए पॉइंट आ, प्रॉब्लम्स ये आ जिन्नी प्रैक्टिस करोगे, जिन्ने दिमाग दे विच अपने कंसैप्ट बना बना के देखोगे कि ये क्यों बनाई है, इदां क्यों नहीं बनाई, इदां क्यों नहीं बनाई, फिर प्रॉपर कंसैप्ट क्लीयर होगा। इदां नहीं है कि जो टीचर ने करवाता वो देख के उतार लिया काम खत्म, हुण तां उतार लोगे जी। जे ਇਹਦੇ ਨਾਲ ਦਾ क्वेश्चन कोई होर आ गया, वो डायग्राम तुहाडे तो नहीं बननी अपने आप, वो डायग्राम तुहाडे तो नहीं बननी हैगी। इस करके ध्यान रखियो, जे एक बारी भी तुहाडे दिमाग दे विच ये कंसैप्ट बैठ गया कि बुक औखी आ, तुहाडा इंटरस्ट नहीं बनना ਇਹਦੇ ਵਿੱਚ। तो औखी बुक तां लगू, सिंपल का काम आ, जे तो काम करोगे नाल फिर सौखी लगेगी, जे काम नहीं करोगे फिर आप ही औखी लगेगी। ये भी सिंपल का कंसैप्ट आ, कोई टॉपिक औखा या सौखा नहीं होंदा, थोड़ी प्रैक्टिस उपर। कोई सिंपल जा टॉपिक कई बच्चों को औखा लगता है, जिमें डेरीवेटिव आ या इंटीग्रेशन कर लो, इंटीग्रेशन बहुत सिंपल टॉपिक है, वो कई औखा लगता बहुत। क्यों लगता औखा? बिकॉज प्रैक्टिस नहीं है। तो थोड़ी प्रैक्टिस पर डिपेंड करता है, जिन्नी प्रैक्टिस कर लवोगे थोड़ा सौखा लगूगा, अदरवाइज सिंपल टॉपिक भी थोड़ा औखा लगेगा। तो मेरे हम कंसैप्ट ये आ रहा है कि डायग्राम सही किवें लग रही है, ये सोच रहे हैं आप। चलो जे आप धागा लमकावांगे तो धागा इदां लमकेगा, जे कोई वेट आप ना लाइए। जे मैं इत्थे वेट बनना फिर की होगा जी, ये खिच पाएगा। तो मैंने इदां लग रहा देख के कि यह डायग्राम इदां बनेगी, उरे ए आ, उरे डी आ, खिच सीधा हो जाएगा, इदां दा स्ट्रिंग हो जाएगी, इदां कुछ हो जाएगा, सीधी खिच पै जाएगी, खिच पै के सीधा हो जाएगा। एक वेट लमकाया, जे आप इत्थे होर वेट लमकावांगे ये होर नीचे खिच पै जाएगी, होर भार आ जाएगा, होर नीचे भार आऊगा तो सीधा कर देगा। ये डायग्राम देखने को सही लग रही है, आप जी डायग्राम बनाई है, ये सारा कंसैप्ट डायग्राम के उपर आ जी। तो डायग्राम जी हैगी आ बिना प्रैक्टिस तो नहीं होगी। अगे करते हैं आप इस तो बारे क्वेश्चन करना किवें। पर एक फायदा है जो आप लैक्चर वीडियो लैक्चर ये पा रहे हैं, एक फायदा यदा यह भी है, जे तुहानूं कंसैप्ट नहीं क्लीयर है पिछले तो तुसीं दोबारा सुन के दोबारा तैयारी कर सकते हैं। पर एक नुकसान वह यह हो जाएगा कि टाइम लिमिटेड अपने को जी, टाइम हजे अपने को लिमिटेड आ। जे पिछे रही गए टीचर ने अगे जाई जाना है, इदां ना होवे कि सिलेबस सारा कंप्लीट होए तुसीं आधे विच रहो, उन्हां चीज़ पेपर आ जाण अगे। जिस करके टाइम भी लिमिटेड है, टाइम भी ध्यान रखो। इदा नहीं है कि एक लैक्चर नूं आपां हफ्ता ला देना है, मतलब लैक्चर जो कोई पुराना डाउट हैगा लैक्चर पुराने सुन सकते हैं तो डाउट क्लीयर कर सकते हैं। पर कोशिश यही करो कि काम बराबर रखो नाल। तो ये आ गया अपने को सारे डायग्राम बन गए जी। हुण करना की अपने एक तो वेट लभना W, होर टेंशन लभनी। हुण टेंशन कदों आती है पिक्चर सामने, टेंशन उदों आती हैगी जदों स्ट्रिंग दे विच खिच पैदा होती है, स्ट्रिंग नूं आपां स्ट्रैच करते हैं। हुण ये खिच पै रही हैगी तो टेंशन ऑपोजिट पासे होंदी है। इहदा खिचा कित्थे पऊगा, यह वेट नीचे खिचूगा, इहनूं इदां खिचा पऊगा। इदां जे बाहरले पासे खिचा पऊगा टेंशन इनबिल्ड फोर्स होंदी है अंदरले पासे, फिर अंदरले पासे टेंशन बनेगी। ये स्ट्रिंग किधर खिंची जाऊगी, आ पोर्शन स्ट्रिंग का किधर खिंचा जाऊगा, ये खिच ये वेट नीचे पाऊगा, नीचे पाऊगा मतलब कि स्ट्रिंग की खिच इदां पै रही है। जे इदां खिच पै रही हैगी तो टेंशन इधरों खिच पै रही है, तो टेंशन अंदरले पासे होंदी है,
पुट्ठे पासे होंदी है, पहलां कीता है। ये टेंशन T1 ले ली, ये टेंशन T2 ले ली, तो ये पोर्शन लग गया जी, ये पोर्शन लग गया। ये काफ़ी इंपॉर्टेंट कंसैप्ट आउणगे इहदे विच। जो आ स्ट्रिंग च खिੱਚ पएगी, नीचे खिੱचेगा, ये वेट नीचे खिੱचेगा तो इनबिल्ट फोर्स अंदरले पासे पैदा होएगी रोकण वास्ते, उन्होंने आपां T3 मान ला टेंशन। खिੱਚ इधर ही पऊगी, जिहड़ा ये हिस्सा हैगा स्ट्रिंग किवें आ जी, ये हिस्सा इधर खिੱਚਿਆ जा रहा, ये हिस्सा उधर खिੱਚਿਆ जा रहा, ये वेट करके दोनों पासे खिੱਚ पै रही है। इधरले पासे खिੱਚ पई तो आ टेंशन आ गई, इधरले पासे खिੱਚ पऊगी तो इधर टेंशन आऊगी। हुण ये गल ध्यान रखनी है, नवा कंसैप्ट आ रहा है। जे स्ट्रिंग सेम तो दोने एंड ते टेंशन सेम होगी। ये टेंशन भी उरे भी T2 लैनी, उरे भी T2 लैनी है। जे स्ट्रिंग इक्को हैगी आ, टेंशन इक्को आएगी। हुण थोड़े दिमाग 'च ये गल आ रही होगी, जे कंसैप्ट थोड़े दिमाग 'च आया होवे, सी है यही है कि जिन्ने डाउट दिमाग 'च आउणगे अते क्लीयर होणगे उन्ने कंसैप्ट क्लीयर होणगे। सो डाउट मैं ही लैके आ रहा कि डाउट की दिमाग 'च बच्चे दे आ सकता है कि ये भी तो स्ट्रिंग इक्को ही है सारी। स्टेटमेंट चैक कर लो, स्टेटमेंट लिखा सीगा कि ABCD इज़ अ स्ट्रिंग। ABCD इक्को स्ट्रिंग आ, वे जे स्ट्रिंग इक्को आ तो आप कह रहे हाँ कि जे स्ट्रिंग इक्को आ टेंशन सेम रहूगी, तो फिर आ टेंशन अलग अलग क्यों मान रहे हैं आप? उरे आप इक्को मान ली, जबकि स्ट्रिंग सेम हैगी और टेंशन अलग अलग मान ली अपने। ये नाल दा कंसैप्ट नैक्सट क्वेश्चन करांगे, उहदे विच भी आऊगा। स्ट्रिंग तो इक्को आ जी, ये मान लैंदे स्ट्रिंग इक्को आ, दित्ती हुई है उन्होंने, पर इत्थे वेट बन्निया है। जे वेट बन्निया हैगा उरे तो ये अलग स्ट्रिंग, आ अलग हिस्सा बन गया, ये हिस्सा अलग बन गया। जिमें देखो दिमाग लाओ, AB पॉइंट आ, तो जो असीं नोट्स बनाने हैगे हो जी, वो नोट्स मैं देख ही लिया तकरीबन सारे दे जिहड़े नोट्स भेज रहे हैगे असीं, तुसीं डायग्राम बना के बस सॉल्व करदे हो। हुण पिछले लैक्चर में एक क्वेश्चन करवाया सीगा, तो लैक्चर पिछला लगभग अद्धे घंटे लैक्चर सी पिछले वाला। वो लिखण का काम तो सारा 5 मिनट का सीगा जी, 10 मिनट का काम आ, तो लाए ने उहदे उपर आपां 20-25 मिनट एक्स्ट्रा लाए ने, अद्धा घंटा तो पूरा होगा जे 5 मिनट के काम उपर 25 मिनट लावांगे। वो कोई बच्चा प्रॉपर लिखते नहीं है उस चीज़ में। मैं नोट्स बनाना थोड़ा कोई खास फायदा नहीं है। नोट्स इदां बनाओ कि जो नोट थोड़े लिखे होण, उन्होंने पढ़ के कोई समझ भी आए। हुण तुसीं जिहड़ा बच्चा हुण नोट्स भेजूगा ये वो किवें करेगा जी, वो आ डायग्राम नाल ही तो सॉल्व कर लिया बस। जिहड़ी आ गल्लां दस्सियां ने कि A पॉइंट नीचे क्यों होऊगा, D उपर क्यों होऊगा, डायग्राम बनाई हैगी आ, तुसीं वो गल्लां भी नाल मैंशन करो नोट्स दे विच, तुहानूं पता लगे कि डायग्राम इदां क्यों बनाई है, उदां क्यों नहीं बनाई। एक होर सिंपल जी गल, जे मान लो कि मैं तुहानूं डायग्राम बना के सीधा क्वेश्चन सॉल्व करवा दूँ, तुहानूं कुछ समझ नहीं आना है। हुण जे तुहानूं थोड़ी मोटी डायग्राम समझ आई है कि A पॉइंट नीचे क्यों बने, D उपर क्यों बने, तां आई है। जिहड़े हुण आपां 15 मिनट लाए ने पहलां, तो वो सारा काम लिखो कि तुहानूं बाद चों समझ आ जाए कि डायग्राम किद्दां है। लिखण दा ये फायदा हुंदा, जिन्ना आपां लिखांगे उन्ना देर तक याद रहिंदा हुंदा, काफ़ी देर तक आपां नूं याद रहूगा। चलो हुण ये गल कर रहे सी आपां, ये सारे कंसैप्ट ने जी, ये तुहानूं कंसैप्ट जे क्लीयर हो गए, समझ आ गए, तुहानूं डायग्राम बनानी सौखी होगी। हुण ये कंसैप्ट ये आ रहा सी कि आपां कहा सीगा कि टेंशन जिहड़ी हुंदी है स्ट्रिंग 'च सेम होवे, स्ट्रिंग सेम होवे टेंशन सेम हुंदी है, ये कंसैप्ट। पर ये स्ट्रिंग सारी इक्को आ तो उहदे टेंशन T1 T2 टेंशन ला क्यों मान ली, ਇਹਦਾ ਆਪਾਂ रीजन दे रहे हैं कि उहदे टेंशन आप ला क्यों बननी आ, बिकॉज आप वेट जिहड़ा हैगा उहदे हैंग किया होया लमकाया है वेट। जिमें एग्जाम्पल लैने आप AB 2 पॉइंट ने, इत्थे आप स्ट्रिंग लमका ली, स्ट्रिंग ऐ लमकाती, लमक गई, सस्पेंड करती। फिर आप AB पॉइंट दोबारा ये स्ट्रिंग के उपर इत्थे वेट लमकाउणा, इत्थे उरे वेट जिहड़ा हैगा अपने एक तरीका हैगा उरे वेट बनना। जे वेट बनांगे इदां होगा, उरे वेट आप C पॉइंट ते अपने वेट W बनता मान लो। तुसीं आप दिमाग लाओ ये हुण तुहाडे हिसाब नाल
AC स्ट्रिंग AC वाले हिस्से 'ਚ खिच ज़्यादा पऊगी, खिच ज़्यादा पऊगी कि BC वाले पासे खिच ज़्यादा पेगी वेट करके। ये देखने लग रहा है कि AC वाले पासे खिचा ज़्यादा पेगा। जिधर खिचा ज़्यादा पेगा, जिन्ना खिचा ज़्यादा होगा उन्नी टेंशन वध होंदी है। पिछे किया है आपने तो इधर टेंशन वध होगी, इधर टेंशन घट होगी, टेंशन अलग अलग होगी जी। होर गल देखो, फिर ये गल देखना किवें, जे मान लो आप बिल्कुल सेंटर से लमका दिए वेट मतलब AB बिल्कुल सेंटर से लमकाता आप वेट। हुण लग रहा देख के पता कि दोनों पासे बराबर आ जी, सेंटर से लमकाया तो दोनों पासे टेंशन जिहड़ी हैगी आ वो सेम होगी, बिकॉज स्ट्रिंग सेम आ, फिर टेंशन भी दोनों पासे खिचाव जिहड़ा हैगा बराबर होगा। ਹੁਣ ਇਹਦੇ ਵਿੱਚ ਇਹੀ ਆ ਧਿਆਨ ਰੱਖਣੀ ਆ ਕਿ ਸਟ੍ਰਿੰਗ ਸੇਮ ਹੋਵੇ, ਟੈਂਸ਼ਨ ਸੇਮ ਹੋਊਗੀ। ਔਰ ਟੈਂਸ਼ਨ ਸੇਮ ਕਿਉਂ ਨਹੀਂ ਹੈਗੀ ਆਪਣੇ ਕੋਲ, ਉਰੇ ਖਿਚਾਅ ਜ਼ਿਆਦਾ ਪੈ ਰਿਹਾ, ਉਰੇ ਖਿਚਾਅ ਘੱਟ ਪਊਗਾ ਜੀ। ਤੇ ਅੱਗੇ ਕੁਐਸਚਨ ਹੋ ਰਿਹਾ ਹੋਰ ਨਾਲ ਦਾ ਹੋਰ ਵੀ ਆਊਗਾ, ਉਹ ਆਪਾਂ ਅੱਗੇ ਪੜਾਂਗੇ। ਇਹਦੇ ਨਾਲ ਦਾ ਕੁਐਸਚਨ ਤੁਹਾਨੂੰ ਦੱਸਣ ਦਾ ਫਾਇਦਾ ਕੋਈ ਨਹੀਂ ਹੈਗਾ। ਚਲੋ ਬਸ ਮੇਨ ਡਾਇਗਰਾਮ, ਬਾਕੀ ਇਸ ਦਾ ਕੁਐਸਚਨ ਸੋਲਵ ਕਰਨਾ। ਕੁਐਸਚਨ ਦੇ ਦੋ ਤਰੀਕੇ ਨੇ ਜੀ, ਇਹ ਦੋਹੇ ਤਰੀਕੇ ਆਪਾਂ ਨੇ ਦੇਖਣੇ ਆ ਜੀ। ਦੋ ਤਰੀਕੇ ਕਿਹੜੇ ਕਿਹੜੇ ਨੇ ਕੁਐਸਚਨ ਦੇ? ਇੱਕ ਤਰੀਕਾ ਹੈਗਾ ਆਪਣੇ ਕੋਲ ਕਿ ਫੋਰਸਾਂ 1 2 3 4 5 6 ਫੋਰਸਾਂ ਆ ਗਈਆਂ, ਇਕੁਇਲਿਬਰੀਅਮ ਆ। ਤਿੰਨ ਫੋਰਸਾਂ ਇਕੁਇਲਿਬਰੀਅਮ 'ਚ ਹੋਣ ਫਿਰ ਆਪਾਂ ਲੈਣਾ ਹੁੰਦਾ ਲੈਮਿਸ ਨੂੰ। ਤਿੰਨ ਤੋਂ ਵੱਧ ਫੋਰਸਾਂ ਇਕੁਇਲਿਬਰੀਅਮ ਦੇ ਵਿੱਚ ਨੇ ਫਿਰ ਆਪਾਂ ਲਾਇਆ ਸੀਗਾ ਰਿਜ਼ੋਲਵਡ ਪਾਰਟ ਵਾਲਾ ਕੰਸੈਪਟ। ਐਕਸ ਕੱਢਾਂਗੇ, ਵਾਈ ਕੱਢਾਂਗੇ, ਉਹਨੂੰ ਇਕੁਅਲ ਟੂ 0 ਕਰਾਂਗੇ। ਜਿਹੜਾ ਫਸਟ ਮੈਥਡ ਆ ਐਕਸ ਕੱਢ ਲਓ, ਐਕਸ ਤੇ ਵਾਈ ਕੱਢਣ ਵਾਸਤੇ ਇੱਕ ਐਕਸ ਐਕਸਿਸ ਮੰਨਣੀ ਹੁੰਦੀ ਹੈ, ਇੱਕ ਵਾਈ ਐਕਸਿਸ ਮੰਨਣੀ ਹੁੰਦੀ ਹੈ। ਇੱਕ ਤਰੀਕਾ ਕਿ ਆਪਾਂ ਉਵੇਂ ਐਕਸ ਐਕਸਿਸ ਵਾਈ ਐਕਸਿਸ ਕੱਢ ਲਵਾਂਗੇ, ਪਰ ਇਹਨੂੰ ਹੋਰ ਤਰੀਕੇ ਨਾਲ ਦੂਜੇ ਤਰੀਕੇ ਨਾਲ ਸੋਲਵ ਕਰਾਂਗੇ। ਉਹ ਕਿਵੇਂ? ਦੇਖਣ ਨੂੰ ਲੱਗਦਾ ਰਿਹਾ ਕਿ 1 2 3 4 5 6 ਫੋਰਸਾਂ ਨੇ, ਪਰ ਕੰਕਰੈਂਟ ਫੋਰਸਿਸ ਕਿੰਨੀਆਂ ਨੇ? ਉਰੇ ਇੱਕ ਪੁਆਇੰਟ ਤੇ ਕਿੰਨੀਆਂ ਫੋਰਸ ਲੱਗ ਰਹੀਆਂ? 3 ਇਕੁਇਲਿਬਰੀਅਮ। ਉਰੇ ਇੱਕ ਪੁਆਇੰਟ ਤੇ ਕਿੰਨੀਆਂ ਫੋਰਸਾਂ ਲੱਗ ਰਹੀਆਂ? 3 ਇਕੁਇਲਿਬਰੀਅਮ। ਤਾਂ ਆਪਾਂ ਕੀ ਕਰਾਂਗੇ, ਇਹ ਪੋਰਸ਼ਨ ਤੇ ਇਹ ਵਾਲੇ ਪੋਰਸ਼ਨ ਦੇ ਵਿੱਚ ਅਲੱਗ ਲਾਵਾਂਗੇ ਲੈਮਿਸ ਨੂੰ, ਇਹ ਵਾਲੇ ਪੋਰਸ਼ਨ 'ਚ ਆਪਾਂ ਅਲੱਗ ਲਾਵਾਂਗੇ ਲੈਮਿਸ। ਲੈਮਿਸ ਲਾ ਸਕਦੇ ਹਾਂ, ਕਿਉਂ ਲਾ ਸਕਦੇ ਹਾਂ? ਬਿਕੋਜ਼ ਇੱਥੇ ਵੀ 3 ਕੰਕਰੈਂਟ ਫੋਰਸਿਸ ਨੇ ਇਕੁਇਲਿਬਰੀਅਮ, ਇੱਥੇ ਵੀ 3 ਕੰਕਰੈਂਟ ਫੋਰਸ ਨੇ ਇਕੁਇਲਿਬਰੀਅਮ। ਤਾਂ ਇਹ ਦੋ ਪੋਰਸ਼ਨ 'ਚ ਆਪਾਂ ਅਲੱਗ-ਅਲੱਗ ਲੈਮਿਸ ਨੂੰ ਲਾ ਕੇ ਫਿਰ ਆਪਾਂ ਸੋਲਵ ਕਰਾਂਗੇ, ਉਹਨਾਂ ਸੌਖਾ ਹੋ ਜਾਊਗਾ। ਅਦਰਵਾਈਜ਼ ਤੁਸੀਂ ਆਪ ਕਰਕੇ ਦੇਖ ਲਿਓ, ਇੱਕ ਐਕਸ ਐਕਸਿਸ ਮੰਨ ਲਿਓ, ਇੱਕ ਵਾਈ ਐਕਸਿਸ ਮੰਨ ਲਿਓ, ਰਿਜ਼ੋਲਵਡ ਪਾਰਟ ਕੱਢ ਲਿਓ। ਤੁਹਾਡਾ ਹੋਮਵਰਕ ਆ, ਤੁਸੀਂ ਆਪੇ ਕਰ ਲਿਓ। ਤਾਂ ਦੇਖੋ ਧਿਆਨ ਨਾਲ, ਬਾਕੀ ਕਰਦੇ ਹਾਂ ਆਪਾਂ ਸੋਲਵ। ਐਟ ਬੀ, ਹੁਣ ਲੈਮਿਸ ਨੂੰ ਕਹਿ ਤਾਂ ਦਿੱਤਾ ਆਪਾਂ ਨੇ, ਹੁਣ ਲਾਉਣੀ ਵੀ ਆਉਣੀ ਚਾਹੀਦੀ ਆਪਾਂ ਨੂੰ ਜੀ। ਲੈਮਿਸ ਵਾਸਤੇ ਸਾਰੇ ਐਂਗਲ ਕੱਢਣੇ ਹੁੰਦੇ ਨੇ, ਆਪਾਂ ਨੇ ਐਂਗਲ ਕੱਢ ਲੈਣੇ ਆ ਜੀ। ਉਹ ਦੇਖ ਲਓ, ਇਹਨੂੰ ਜੁਆਇਨ ਕਰ ਲਿਆ, ਡਾਇਗਰਾਮ ਥੋੜ੍ਹੀ ਦੇਖ ਲਿਓ, ਧਿਆਨ ਖੁੱਲੀ ਬਣਾ ਲਿਓ। ਇਹ ਐਂਗਲ ਕਿੰਨਾ ਹੋਊਗਾ ਜੀ ਤੁਹਾਡੇ ਹਿਸਾਬ ਨਾਲ? ਇਹ ਹੌਰੀਜ਼ੌਂਟਲ ਆ, ਇਹ ਵਰਟੀਕਲ ਐਂਗਲ ਕਿੰਨਾ ਹੋਊਗਾ ਜੀ? ਇਹ 90। ਤਾਂ ਇਹ ਐਂਗਲ ਕਿੰਨਾ ਹੋ ਗਿਆ? 30। ਡਾਇਗਰਾਮ ਖੁੱਲੀ ਜੀ ਬਣਾ ਲਿਓ। ਇਹ ਐਂਗਲ 30 ਹੋ ਗਿਆ, ਇਹ 30 ਹੋ ਗਿਆ। ਇਹ ਕਿੰਨਾ? 90। ਇਹ ਕਿੰਨਾ? 90। ਆਹ ਕਿੰਨਾ ਹੋਊਗਾ ਸਾਰਾ ਐਂਗਲ? ਦਿਮਾਗ ਲਾ ਸਕਦੇ ਹੋ ਤੁਸੀਂ। ਇਹ ਐਂਗਲ ਬਣੇਗਾ ਜੀ 180 - 30। ਕਿੰਨਾ ਬਣੇਗਾ ਐਂਗਲ? ਇਹ 150 ਡਿਗਰੀ। ਸਾਰੇ ਐਂਗਲ ਲੱਗ ਗਏ ਪਤਾ। ਹੁਣ ਮੈਂ ਲੈਮਿਸ ਲਾ ਰਿਹਾ ਜੀ। T1 ਅਪੋਨ ਕੀ ਆਊਗਾ? ਬਾਏ ਲੈਮਿਸ ਥਿਊਰਮ। T1 ਹੁੰਦਾ ਬਾਕੀ ਦੋ ਫੋਰਸਾਂ 'ਚ ਐਂਗਲ, T1 ਅਪੋਨ ਸਾਈਨ ਆਫ ਬਾਕੀ ਦੋ ਫੋਰਸਾਂ ਵਿੱਚ ਐਂਗਲ ਕਿੰਨਾ ਹੋਊਗਾ? ਦੇਖੋ ਜੀ 90 + 30। ਬਾਕੀ ਦੋ ਫੋਰਸਾਂ T1 ਤੋਂ ਇਲਾਵਾ ਕਿਹੜੀਆਂ ਹੋਣਗੀਆਂ? T2 ਅਤੇ 20। ਕਿੰਨਾ ਬਣ ਗਿਆ? 90 + 30। ਫਿਰ T2 ਆਊਗਾ ਜੀ, T2 ਬਟਾ ਹਾਂਜੀ ਕਿੰਨਾ ਬਣੇਗਾ ਹੁਣ? T2 ਅਪੋਨ 90 ਐਂਗਲ ਹੈ T1 ਤੇ 20 'ਚ, sin 90
ਅਤੇ 20 अपॉन जी फोर्स 20 आ एंगल कितना sin 150। ਹੁਣ sin 90 प्लस थीटा ये cos थीटा होंगे, ये cos 30 आ गया जी। sin 90 1 हो गया, 20 अपॉन sin 180 माइनस 30 करांगे वो sin 30 आ जाऊगा। cos 30 कितना होंदा हैगा जी अपने को √3/2 T2 आ गया, sin 30 हाफ ये कितना बन गया 40 आ गया। पहला तो आखिरी कंपेयर किया T1 निकल जाएगा इतों, तो T1 तो साडा आ गया 40 इंटू √3/2 20 √3 ये दो कंपेयर किए आप इतों T2 निकल जाएगा। T2 तो साडा बन गया जी 40, T1 भी निकल गया, T2 भी निकल गया। इस तो बाद W रहेगा। चलो हम ये चलावांगे आप लैमिस इस तो बाद इस पोर्शन च ये रब कर लेने जी। एट सी एंगल देख लो पहला किन्ने होणगे जी। ये 30 है तो कितना होगा 150, हाँ एंगल कितना होगा जी सारा, ये 60 है, ये कितना होगा 120। चलो फिर T2 अपॉन बाकी दो फोर्सां च एंगल T3 ਅਤੇ W ਵਿੱਚ 150 sin 150 T3 बटा बाकी दो फोर्सां च एंगल T2 ਅਤੇ W च एंगल कितना हैगा जी 60 sin 60 ਅਤੇ W अपॉन बाकी दो फोर्सां च एंगल T3 ਅਤੇ T2 च 120 आ सी 30 आ पिया 150 हो गया पूरा sin 150 डिग्री। ये पिछे किया आप होनी sin 150 कितना होगा sin 30 करके हाफ आ जाएगा, sin 60 कितना होगा √3/2, ये भी कितना आ जाऊगा हाफ आ जाएगा। हुण T2 जिहड़ा सी वो पिछे कढ़िया सी आपां ने, वो देख रहे मैं 40 सी मे बी शायद ये 40 कढ़िया सी आपां T2 40 इंटू 2 हो गया जी। इत्थे T3 अपॉन √3/2 ये 2W। ये दो कंपेयर किए पहला आप आपस T3 कितना आ जाऊगा जी 40 √3 चैक कर लियो, आह दो कंपेयर किए W कितना आ गया जी 40 आ गया। ये चारे अपने इदा निकल जाएंगे, ये तुसी देख लीजिए। मेन डायग्राम है जी, बाकी काम सारा इस सौखा जी। अगे करते हैं आप इस तो बाद ये चेक कर लियो, कोई गलती हो तो ठीक कर लियो, कैलकुलेशन थोड़ी मोटी गलती हो देख लियो। अगे चलते हैं आप इस तो बाद जी, वो देखो क्वेश्चन आप करना इस तो बाद 7वां क्वेश्चन करना है जी। ये मैं स्टेटमेंट पढ़ रहा पहला रब कर लिया आप इसनों। जो करते हैं आप अगे 7वां क्वेश्चन देखो, स्टेटमेंट पढ़ रहे हैं तुम भी देख लो। अ फाइन स्ट्रिंग ऑफ लेंथ 2 मीटर्स is attached to 2 points A and B at the same level
which are 1 meter apart. A smooth ring of weight 4 kg, comma 1 the string is acted upon by a horizontal force F which holds it in equilibrium vertically below B. Find the magnitude of F and tension of the string. दोबारा पढ़ रहा मैं. A fine string of length 2 meter is attached to 2 points AB at the same level which are 1 meter apart. देखो जी की क्या उन्होंने ਹੁਣ A ਤੇ B ਜਿਹੜੇ ਇੱਥੇ ਨੇ ਇਹ ਦੋਨੇ ਸੇਮ ਲੈਵਲ ਤੇ ਨੇ, ਮਤਲਬ ਇੱਕੋ ਹੋਰੀਜ਼ੋਨਟਲ ਲਾਈਨ 'ਚ ਬਣਾਉਣੇ ਆ ਆਪਾਂ ਨੇ. ਇਹਨਾਂ ਵਿੱਚ ਡਿਸਟੈਂਸ ਕਿੰਨਾ ਹੈਗਾ ਜੀ 1 ਮੀਟਰ ਡਿਸਟੈਂਸ ਇਹਨਾਂ ਵਿੱਚ, ਔਰ ਡਿਸਟੈਂਸ 1 ਮੀਟਰ ਆ. ਇਸ ਤੋਂ ਬਾਅਦ ਇਹਦੇ ਵਿੱਚ 2 ਮੀਟਰ ਲੈਂਥ ਦੀ ਸਟਰਿੰਗ, ਇਹ 2 ਮੀਟਰ ਲੈਂਥ ਦੀ ਆਪਾਂ ਸਟਰਿੰਗ ਬਣਾਈ ਹੈ. ਇਹ ਸਟਰਿੰਗ ਇੱਦਾਂ ਹੈਂਗ ਕਰ ਜਾਏਗੀ, ਜਿੱਦਾਂ ਹੈਂਗ ਕਰੇਗੀ. ਇਸ ਤੋਂ ਬਾਅਦ ਇਹਦੇ ਵਿੱਚ ਰਿੰਗ ਪਾਈ ਹੋਈ ਹੈ. ਉਹ ਰਿੰਗ ਕੀ ਹੁੰਦੀ ਹੈਗੀ ਆ, ਅੰਦਰੋਂ ਹੋਲ ਹੁੰਦਾ ਹੈਗਾ, ਇੱਦਾਂ ਰਿੰਗ ਵਿੱਚ ਪਾਈ ਹੋਈ ਹੈ. ਰਿੰਗ ਇੱਦਾਂ ਹੁੰਦੀ ਆ, ਅੰਦਰੋਂ ਖਾਲੀ ਹੁੰਦਾ, ਜਿਵੇਂ ਅੰਗੂਠੀ ਹੁੰਦੀ ਆ ਰਿੰਗ, ਜੇ ਉਂਗਲ 'ਚ ਪਾਉਂਦੇ ਵਿੱਚੋਂ ਖਾਲੀ ਹੁੰਦੀ ਆ, ਅਤੇ ਇੱਦਾਂ ਸਰਕਮਫਰੈਂਸ ਭਰਿਆ ਹੁੰਦਾ ਵਾ. ਇਹਦੇ ਉੱਪਰ ਰਿੰਗ ਕਰਤੀ ਆਪਾਂ ਨੇ. ਹੁਣ ਰਿੰਗ ਕੀ ਹੋਊਗੀ, ਰਿੰਗ ਪਾਵਾਂਗੇ, ਰਿੰਗ ਦਾ ਵੇਟ ਕਿੰਨਾ ਆਪਣੇ ਕੋਲ ਜੀ W. ਰਿੰਗ ਦਾ ਵੇਟ ਆਪਾਂ ਨੂੰ ਦਿੱਤਾ ਸੌਰੀ 4 kg ਇਸ ਕੇਸ 'ਚ. ਹੁਣ ਤੁਹਾਨੂੰ ਲੱਗ ਰਿਹਾ ਹੋਗਾ ਪਤਾ, ਜੇ 4 kg ਵੇਟ ਆ ਤਾਂ ਜੇ ਰਿੰਗ ਇੱਥੇ ਪਾਵਾਂਗੇ, ਰਿੰਗ ਇੱਥੇ ਨਹੀਂ ਖੜੇਗੀ, ਇਹ ਫਿਸਲ ਕੇ ਨੀਚੇ ਆ ਜਾਏਗੀ. ਮਤਲਬ ਜੇ ਇਕੱਲੀ ਆਪਾਂ ਰਿੰਗ ਪਾਵਾਂਗੇ ਇੱਥੇ ਤਾਂ ਡਾਇਗਰਾਮ ਕਿੱਦਾਂ ਬਣੇਗੀ ਜੀ, ਆ AB ਆ, ਬਿਲਕੁਲ ਸੈਂਟਰ 'ਚ ਆਊਗੀ ਰਿੰਗ. ਇਹ ਤੁਹਾਨੂੰ ਲੱਗ ਰਿਹਾ ਹੋ ਪਤਾ, ਇਹ ਬਿਲਕੁਲ ਸੈਂਟਰ 'ਚ ਰਿੰਗ ਬਣੇਗੀ. ਇੱਥੇ ਕਿਤੇ ਵੀ ਰਿੰਗ ਰੱਖੋਗੇ ਫਿਸਲ ਕੇ ਉਹ ਨੀਚੇ ਸੈਂਟਰ 'ਚ ਆ ਜਾਏਗੀ. ਅਤੇ ਸੈਂਟਰ 'ਚ ਜਦੋਂ ਆਊਗੀ ਰਿੰਗ ਇਹ, ਫਿਰ ਦੋਨੇ ਟੈਂਸ਼ਨਾਂ ਬਰਾਬਰ ਹੋਣਗੀਆਂ. ਸਟਰਿੰਗ ਇੱਕੋ ਹੀ ਹੈ, ਦੋਨੇ ਟੈਂਸ਼ਨਾਂ ਬਰਾਬਰ ਰਹਿਣਗੀਆਂ. ਉਸ ਤੋਂ ਬਾਅਦ ਪਰ ਇੱਦਾਂ ਨਹੀਂ ਛੱਡਿਆ ਉਹਨਾਂ ਨੇ, ਅੱਗੇ ਨਾਲ ਕੁਛ ਕਿਹਾ ਉਹਨਾਂ ਨੇ ਇਸ ਤੋਂ ਬਾਅਦ ਇੱਕ ਹੋਰੀਜ਼ੋਨਟਲ ਫੋਰਸ ਲਾਈ ਹੈਗੀ ਆ. ਹੋਰੀਜ਼ੋਨਟਲ ਫੋਰਸ ਜਿਹੜੀ ਹੈਗੀ ਆ ਇੱਥੇ ਲਾਈ ਹੈ, ਹੋਰੀਜ਼ੋਨਟਲ ਫੋਰਸ ਰਿੰਗ ਦੇ ਉੱਪਰ. ਇਹ ਫੋਰਸ ਲਾਣੀ ਆਪਾਂ ਹੋਰੀਜ਼ੋਨਟਲ. ਜੇ ਰਿੰਗ ਦੇ ਉੱਪਰ ਆਪਾਂ ਹੋਰੀਜ਼ੋਨਟਲ ਫੋਰਸ ਲਾਵਾਂਗੇ ਅਤੇ ਇਹ ਹੋਰੀਜ਼ੋਨਟਲ ਫੋਰਸ ਲਾ ਕੇ ਰਿੰਗ ਨੂੰ ਆਪਾਂ ਧੱਕਾ ਮਾਰਾਂਗੇ, ਅੱਗੇ ਰਿੰਗ ਨੂੰ ਖਿੱਚ ਕੇ ਲੈ ਕੇ ਜਾ ਰਹੇ ਹਾਂ ਆਪਾਂ. ਹੋਰੀਜ਼ੋਨਟਲ ਫੋਰਸ ਲਾ ਕੇ ਰਿੰਗ ਖਿੱਚ ਰਹੇ ਹਾਂ, ਅਤੇ ਰਿੰਗ ਖਿੱਚਦੇ ਆਪਾਂ ਕਿੱਥੇ ਲੈ ਕੇ ਗਏ ਹਾਂ, ਰੋਕਿਆ ਕਿੱਥੇ ਆ, ਜਾਂ ਇਕੁਇਲਿਬਰੀਅਮ ਕਿੱਥੇ ਬਣਿਆ, ਜਦੋਂ ਰਿੰਗ ਜਿਹੜੀ ਹੈਗੀ ਆ ਬਿਲਕੁਲ ਇਹਦੇ ਨੀਚੇ ਆ ਗਈ, ਵਰਟੀਕਲ ਨੀਚੇ ਆ ਗਈ, ਬਿਲਕੁਲ B ਦੇ ਨੀਚੇ ਆ ਗਈ. ਜਿਵੇਂ ਡਾਇਗਰਾਮ ਦੇਖੋ, पंद्रह मिनट लगने मैंने, मैं रिकॉर्डिंग कर रहा हूँ. ਇਹਦੇ ਵਿੱਚ A ਹੋ ਗਿਆ, ਆ B ਹੋ ਗਿਆ, ਇੱਥੇ ਰਿੰਗ ਲਿਆਂਦੀ ਹੈ ਇੱਦਾਂ, ਇੱਥੇ ਰਿੰਗ ਆ, ਅਤੇ ਹੋਰੀਜ਼ੋਨਟਲ ਫੋਰਸ ਇੱਦਾਂ ਲਾਈ ਆ ਆਪਾਂ ਨੇ ਕਿ ਰਿੰਗ ਜਿਹੜੀ F, ਇਹ F ਹੋਰੀਜ਼ੋਨਟਲ ਫੋਰਸ ਆਪਾਂ ਇੱਦਾਂ ਲਗਾਈ ਆ ਕਿ ਜੋ ਰਿੰਗ ਹੈਗੀ ਆ ਉਹ B ਦੇ ਬਿਲਕੁਲ ਵਰਟੀਕਲ ਨੀਚੇ ਆਵੇ, ਇੱਥੇ ਇਕੁਇਲਿਬਰੀਅਮ ਬਣੇ. ਰਿੰਗ ਦਾ ਵੇਟ ਆ W 4 kg, ਸਟਰਿੰਗ ਇੱਕੋ ਹੀ ਹੈ. ਜੇ ਸਟਰਿੰਗ ਇੱਕੋ ਹੈਗੀ ਆ ਤਾਂ ਟੈਂਸ਼ਨ ਜਿਹੜੀ ਹੈਗੀ ਆ ਉਹ ਸੇਮ ਹੋਊਗੀ. ਉਰੇ ਵੀ T ਮੰਨ ਲਿਆ, ਉਰੇ ਵੀ ਆਪਾਂ T ਮੰਨ ਲਿਆ.
ਹੁਣ ਸਟ੍ਰਿੰਗ ਇੱਕੋ ਕਿਵੇਂ ਕਹਿ ਰਹੇ ਹਾਂ ਸਾਰੀ ਆਪਾਂ ਦੋ ਗੱਲਾਂ ਜਿਹੜੇ ਪਹਿਲਾਂ ਕੀਤਾ ਸੀ ਆਪਾਂ ਨੇ ਉਹ ਕੀ ਕੀਤਾ ਸੀਗਾ ਦੇਖੋ ਹੁਣ ਇਹ ਗੱਲ ਸਮਝਣ ਵਾਲੀ ਆ ਏ ਬੀ ਦੇ ਵਿੱਚ ਆਪਾਂ ਨੇ ਸਟ੍ਰਿੰਗ ਇੱਥੇ ਵੇਟ ਬੰਨੇ ਆ ਇੱਕ ਤਾਂ ਉਹਦਾ ਬੰਨਣਾ ਜੇ ਬੰਨੋਗੇ ਤਾਂ ਵੇਟ ਇੱਥੇ ਹੀ ਹੈਂਗ ਕਰੇਗਾ ਜੇ ਇੱਥੇ ਹੈਂਗ ਕਰੇਗਾ ਲਮਕੇਗਾ ਸਸਪੈਂਡ ਹੋਏਗਾ ਤਾਂ ਇੱਥੇ ਜ਼ੋਰ ਵੱਧ ਪਏਗਾ ਇੱਥੇ ਜ਼ੋਰ ਘੱਟ ਪਏਗਾ ਪਰ ਜੇ ਤੁਸੀਂ ਰਿੰਗ ਲਓਗੇ ਆ ਏ ਬੀ ਪੁਆਇੰਟ ਨੇ ਜੇ ਆਪਾਂ ਰਿੰਗ ਲਵਾਂਗੇ ਰਿੰਗ ਹਮੇਸ਼ਾ ਸੈਂਟਰ ਤੇ ਹੀ ਆਊਗੀ ਫਿਸਲ ਕੇ ਜੇ ਰਿੰਗ ਇੱਥੇ ਵੀ ਰਿੰਗ ਲਾਓਗੇ ਉਹ ਫਿਸਲ ਕੇ ਸੈਂਟਰ ਵਿੱਚ ਹੀ ਆ ਜਾਣੀ ਹੈ ਜੇ ਸੈਂਟਰ ਵਿੱਚ ਹੀ ਆ ਜਾਣੀ ਰਿੰਗ ਤਾਂ ਇਹ ਆਹ ਟੈਂਸ਼ਨ ਹੋਊਗੀ ਦੋਨੇ ਪਾਸੇ ਬਰਾਬਰ ਰਹੂਗੀ ਜਾਂ ਹੋਰ ਗੱਲ ਦੇਖੋ ਜਦੋਂ ਆਪਾਂ ਵੇਟ ਬੰਨਦੇ ਆ ਇੱਥੇ ਵੇਟ ਬੰਨਤਾ ਤਾਂ ਦੇਖਣ ਨੂੰ ਤਾਂ ਕਹਿ ਰਹੇ ਆ ਕਿ ਸਟ੍ਰਿੰਗ ਇੱਕੋ ਆ ਪਰ ਸਟ੍ਰਿੰਗ ਦੇ ਦੋ ਹਿੱਸੇ ਬਣ ਗਏ ਇਹ ਸਟ੍ਰਿੰਗ ਅਲੱਗ ਬਣ ਗਈ ਇਹ ਸਟ੍ਰਿੰਗ ਅਲੱਗ ਬਣ ਗਈ ਇੱਥੇ ਬੰਨਿਆ ਵੇਟ ਆਪਾਂ ਨੇ ਐਂ ਕਹੋ ਕਿ ਸਟ੍ਰਿੰਗ ਤੋੜ ਕੇ ਫੇਰ ਵੇਟ ਬਣਤਾ ਜਾਂ ਸਟ੍ਰਿੰਗ ਦੇ ਦੋਨਾਂ ਸਟ੍ਰਿੰਗ ਦੇ ਵਿੱਚ ਬਣਤਾ ਤਾਂ ਬੰਨਣ ਦਾ ਮਤਲਬ ਕੀ ਹੁੰਦਾ ਸਟ੍ਰਿੰਗ ਬੰਨਣ ਦਾ ਮਤਲਬ ਕੀ ਹੁੰਦਾ ਕਿ ਇਹ ਪੋਰਸ਼ਨ ਅਲੱਗ ਹੋ ਗਿਆ ਇਹ ਪੋਰਸ਼ਨ ਅਲੱਗ ਹੋ ਗਿਆ ਪੋਰਸ਼ਨ ਅਲੱਗ-ਅਲੱਗ ਹੋਣ ਕਰਕੇ ਹੀ ਉਰੇ ਟੈਂਸ਼ਨ ਅਲੱਗ ਬਣੀ ਆ ਉਰੇ ਟੈਂਸ਼ਨ ਅਲੱਗ ਬਣੀ ਆ ਜਦ ਕਿ ਰਿੰਗ ਦੇ ਕੇਸ ਕੀ ਹੈਗਾ ਆਪਾਂ ਵੇਟ ਬੰਨਿਆ ਨਹੀਂ ਹੈਗਾ ਸਟ੍ਰਿੰਗ ਇੱਕੋ ਹੀ ਆ ਸਾਰੀ ਰਿੰਗ ਦੇ ਕੇਸ 'ਚ ਜਿੱਥੇ ਬੰਨਦੇ ਹੈਗੇ ਆਪਾਂ ਉੱਥੇ ਇਹ ਪੋਰਸ਼ਨ ਅਲੱਗ ਬਣ ਜੂਗਾ ਇਹ ਪੋਰਸ਼ਨ ਅਲੱਗ ਤਾਂ ਹੀ ਟੈਂਸ਼ਨ ਅਲੱਗ-ਅਲੱਗ ਆ ਰਹੀ ਹੈ ਉਰੇ ਖਿਚਾਅ ਵੱਧ ਪੈ ਰਿਹਾ ਉਰੇ ਖਿਚਾਅ ਘੱਟ ਪੈ ਰਿਹਾ ਜੇ ਉਰੇ ਬੰਨਿਆ ਨਹੀਂ ਹੈਗਾ ਤਾਂ ਤੁਸੀਂ ਆਪਾਂ ਜਿੰਨਾ ਮੈਂ ਜ਼ੋਰ ਲਾ ਲਈਏ ਰਿੰਗ ਇੱਥੇ ਨਹੀਂ ਖੜੇਗੀ ਇਹ ਆਟੋਮੈਟਿਕ ਨੀਚੇ ਆ ਜਾਏਗੀ ਨੀਚੇ ਕਿਉਂ ਆਊਗੀ ਬਿਕੋਜ਼ ਟੈਂਸ਼ਨ ਦੋਨੇ ਸੇਮ ਹੋਣੀਆਂ ਚਾਹੀਦੀਆਂ ਤਾਂ ਰਿੰਗ ਖੜੇਗੀ ਜੇ ਟੈਂਸ਼ਨ ਸੇਮ ਹੋਣਗੀਆਂ ਤਾਂ ਜਿੱਥੇ ਵੀ ਆਪਾਂ ਵੇਟ ਬੰਨਾਂਗੇ ਉੱਥੇ ਟੈਂਸ਼ਨ ਅਲੱਗ-ਅਲੱਗ ਹੋਣਗੀਆਂ ਜੇ ਕਿਤੇ ਵੀ ਆਪਾਂ ਸਟ੍ਰਿੰਗ ਦੇ ਵਿੱਚ ਕੋਈ ਗੱਠ ਨਹੀਂ ਬੰਨੀ ਹੈਗੀ ਕਿਤੇ ਵੇਟ ਨਹੀਂ ਬੰਨਿਆ ਹੈਗਾ ਕੋਈ ਗੱਠ ਨਹੀਂ ਪਾਈ ਗੱਠ ਪਾਣੀ ਹੁੰਦੀ ਆ ਮਤਲਬ ਤੋੜ ਕੇ ਬੰਨਣਾ ਕਿਤੇ ਤੋੜ ਕੇ ਨਹੀਂ ਬੰਨਿਆ ਹੈਗਾ ਸਟ੍ਰਿੰਗ ਪੂਰੀ ਸਾਬਤ ਹੀ ਆ ਕਿਤੇ ਵੇਟ ਨਹੀਂ ਬੰਨਿਆ ਹੈਗਾ ਜਾਂ ਸਟ੍ਰਿੰਗ ਤੋੜ ਕੇ ਨਹੀਂ ਬੰਨੀ ਹੋਈ ਆਪਾਂ ਨੇ ਸਟ੍ਰਿੰਗ ਪੂਰੀ ਸਾਬਤ ਹੀ ਆ ਤਾਂ ਉਸ ਕੇਸ ਦੇ ਵਿੱਚ ਟੈਂਸ਼ਨ ਸੇਮ ਰਹੂਗੀ ਇਹ ਸਟ੍ਰਿੰਗ ਇੱਕੋ ਸਟ੍ਰਿੰਗ ਆ ਰਹੀ ਆ ਇੱਥੇ ਵੇਟ ਬੰਨਿਆ ਨਹੀਂ ਹੈਗਾ ਰਿੰਗ ਮਤਲਬ ਕਿ ਸਟ੍ਰਿੰਗ ਇੱਕੋ ਹੀ ਆ ਸਾਰੀ ਸਟ੍ਰਿੰਗ ਇੱਕੋ ਹੋਣ ਕਰਕੇ ਜਿਹੜਾ ਵੇਟ ਹੈਗਾ ਉਹ ਟੈਂਸ਼ਨ ਜਿਹੜੀ ਹੈਗੀ ਉਹ ਸੇਮ ਹੋਊਗੀ ਚਲੋ ਆਹ ਗੱਲਾਂ ਸੀ ਇਹਦੇ ਵਿੱਚ ਚਲੋ ਇਹ ਲੈਂਥ ਕਿੰਨੀ ਆ ਆਪਣੇ ਕੋਲ ਜੀ ਲੈਂਥ ਸਾਰੀ 2 ਮੀਟਰ ਆ ਲੈਂਥ ਇਹਦੀ ਉਹ ਦੇਖ ਲਵਾਂਗੇ ਚ ਦਿੱਤਾ ਹੋਊਗਾ ਆਪਾਂ ਨੂੰ ਦੇਖਦੇ ਇਸ ਤੋਂ ਬਾਅਦ ਪੁੱਛਿਆ ਕੀ ਉਹਨਾਂ ਦੇਖੋ ਜਾਂ ਲੱਭਣਾ ਕੀ ਆਪਾਂ ਨੇ ਫਾਈਂਡ ਦਾ ਮੈਗਨੀਟਿਊਡ ਆਫ ਫੋਰਸ ਪੀ ਐਫ ਲੱਭਣਾ ਆਪਾਂ ਕਿੰਨਾ ਹੋਊਗਾ ਜੀ ਅਤੇ ਇਹ ਟੈਂਸ਼ਨਸ ਲੱਭਣੀਆਂ ਕਿ ਟੈਂਸ਼ਨਸ ਕਿੰਨੀਆਂ ਆਉਣਗੀਆਂ ਆ ਦੋ ਗੱਲਾਂ ਆਪਾਂ ਇਹਦੇ ਵਿੱਚ ਫਾਈਂਡ ਕਰਨੀਆਂ ਨੇ ਦਿੱਤਾ ਕੀ ਹੋਇਆ ਹੈਗਾ ਆਪਾਂ ਨੂੰ ਜੋ ਲੈਂਥ ਹੈਗੀ ਆ ਇਹ 1 ਸਾਰੀ ਇਹ ਲੈਂਥ ਸਾਰੀ ਕਿੰਨੀ ਆ ਆਪਣੇ ਕੋਲ 2 ਆ ਇੱਥੇ ਸੀ ਪੁਆਇੰਟ ਮੰਨ ਲਈਏ ਆਹ ਸਾਰੀ ਸਟ੍ਰਿੰਗ ਆ ਜੀ ਏ ਤੋਂ ਜਾ ਕੇ ਸੀ ਤੋਂ ਮੁੜ ਕੇ ਬੀ ਤੱਕ ਇਹ ਸਾਰੇ ਕੀ ਆ ਸਟ੍ਰਿੰਗ ਆ ਤੇ ਸਟ੍ਰਿੰਗ ਦੀ ਲੈਂਥ ਕਿੰਨੀ ਦਿੱਤੀ ਹੋਈ ਆ ਆਪਾਂ ਨੂੰ 2 ਮੀਟਰ ਮਤਲਬ ਏ ਬੀ ਲੈਂਥ ਜਿਹੜੀ ਹੈਗੀ ਆ ਉਹ 1 ਮੀਟਰ ਆ ਤੇ ਏ ਸੀ ਬੀ ਇਹ ਸਟ੍ਰਿੰਗ ਆ ਸਾਰੀ ਇਹ ਲੈਂਥ ਕਿੰਨੀ ਆ 2 ਮੀਟਰ ਇਹ ਆਪਾਂ ਨੂੰ ਗਿਵਨ ਆ ਜੀ ਉਮੀਦ ਤੁਹਾਨੂੰ ਡਾਇਗਰਾਮ ਸਮਝ ਆਈ ਹੋਊਗੀ ਜੀ ਇਹ ਕੁਐਸਚਨ ਸਮਝ ਕੇ ਇੱਕ ਵਾਰੀ ਆਪਣੇ ਆਪ ਕਰ ਲਿਓ ਦੁਬਾਰਾ ਹੁਣ ਲੱਗਦਾ ਰਿਹਾ ਹੋਊਗਾ ਪਤਾ ਕਿ ਚਲੋ ਫੋਰਸਾਂ 4 ਹੋ ਗਈਆਂ ਇਹ 'ਚ ਲੈਂਬਿਜ ਨਹੀਂ ਲਾ ਸਕਦੇ ਆਪਾਂ ਹੁਣ ਫੋਰਸਾਂ 3 ਚਾਹੀਦੀਆਂ ਹੁੰਦੀਆਂ ਨੇ ਇਹ ਹੋਰੀਜ਼ੋਨਟਲ ਆ ਇਹ ਵਰਟੀਕਲ ਆ ਹੁਣ ਰਿਜ਼ੋਲਵਡ ਪਾਰਟ ਦੀ ਗੱਲ ਕਰਨੀ ਆ ਆਪਾਂ ਜੇ ਰਿਜ਼ੋਲਵਡ ਪਾਰਟ ਦੀ ਗੱਲ ਕਰਨੀ ਆ ਆਪਾਂ ਇੱਕ ਐਕਸ ਐਕਸਿਸ ਮੰਨ ਲਵਾਂਗੇ ਇਹ ਐਕਸ ਐਕਸਿਸ ਲੈ ਲਈ ਜੀ ਇਹ ਆਪਾਂ ਨੇ ਵਾਈ ਐਕਸਿਸ ਲੈ ਲਈ ਇਹ ਰਿਜ਼ੋਲਵਡ ਪਾਰਟ ਦੀ ਗੱਲ ਹੋ ਗਈ ਇੱਕ ਐਕਸ ਐਕਸਿਸ ਵਾਈ ਐਕਸਿਸ ਹੋ ਗਈ ਰਿਜ਼ੋਲਵ ਪਾਰਟ 'ਚੋਂ ਨਿਕਲ ਜਾਣਗੇ ਰਿਜ਼ੋਲਵ ਪਾਰਟ ਤਾਂ ਨਿਕਲਣਗੇ ਜੇ ਸਾਰੇ ਐਂਗਲ ਪਤਾ ਹੋਣਗੇ ਮਤਲਬ ਇਹ ਐਂਗਲ ਵੀ ਪਤਾ ਆਪਾਂ ਨੂੰ ਇਹ ਐਂਗਲ ਵੀ ਪਤਾ ਹੈਗਾ ਹੁਣ ਪ੍ਰੋਬਲਮ ਇਹਦੀ ਆਊਗੀ ਇਹ ਐਂਗਲ ਨਹੀਂ ਪਤਾ ਆਪਾਂ ਨੂੰ ਜੇ ਐਂਗਲ ਮੰਨ ਲਓ 30 ਹੋਵੇ ਮੰਨ ਲਓ ਜੇ ਇਹ ਪ੍ਰੋਬਲਮ ਆ ਤਾਂ ਆਉਣਗੀਆਂ ਉਸ ਬੱਚੇ ਨੂੰ ਆਉਣਗੀਆਂ ਜਿਹਨੇ ਬੱਚੇ ਨੂੰ ਪਤਾ ਕਿ ਇਹ ਟੈਂਸ਼ਨ ਦਾ ਰਿਜ਼ੋਲਵਡ ਪਾਰਟ ਕੱਢਣ ਵਾਸਤੇ ਐਂਗਲ ਚਾਹੀਦਾ ਹੁਣ ਐਂਗਲ ਉਰੇ ਦਿੱਤਾ ਨਹੀਂ ਹੋਇਆ ਹੁਣ ਉਹੀ ਗੱਲ ਹੈ ਕਿ ਜਿੱਥੇ ਡਾਟਾ ਸਿੱਧਾ ਜਿਹੜੇ ਕੁਐਸਚਨ 'ਚ ਡਾਟਾ ਸਿੱਧਾ ਗਿਵਨ ਹੋਵੇ
वो सौखा ਹੁੰਦਾ ये डाटा सीधा गिवन नहीं हैगा ਆਪਾਂ ਨੂੰ मतलब एंगल दिता नहीं होया एंगल कड्ढण वास्ते उन्हें लेंथ की गल की है कि आ लेंथ 1 आ लेंथ कितनी है 2 पहले ये यूज़ करके आप एंगल फाइंड करांगे जो एंगल फाइंड करते हैं आप देखो ध्यान नाल जे आप BC जिहड़ी हैगी है लैट कर लीए BC नूं आपां X मान लीए BC लेंथ जिहड़ी हैगी उहनूं आपां X मान लीए ये राइट एंगल ट्राइंगल है जी ये की लगूगी पाइथागोरस थ्योरम तो ध्यान च होवे जे BC आप X मान ली तो AC कितनी होगी जी टोटल लेंथ कितनी है 2 वो चो A छड़ दो X छड़ता आपने तो 2 - X आ गया ये 10th लैवल का कंसैप्ट चल रहा सारा उस तो बाद आप लवांगे इन ट्राइंगल ACB ट्राइंगल है अपने ACB ट्राइंगल दे विच हाईपोटन्यूज स्क्वायर AC स्क्वायर इक्वल टू AB स्क्वायर प्लस BC स्क्वायर ये आ गया तो AC स्क्वायर ये बन गया तो ये बन गया 2 - X का होल स्क्वायर आ गया AB स्क्वायर आ गया 1 का स्क्वायर BC की मन्निया है आप X का स्क्वायर इनू इक्वेट करके ये चो X कटांगे चलो सॉल्व करते हैं आप देखते की बनता ये बन गया जी अपना स्क्वेयर खोलिया दिस इंप्लाइज करके 4 + X स्क्वेयर - 4X इक्वल्स टू 1 + X स्क्वेयर ये कट गया जी इतों आ गया X अपना 3/4 X कितना आ गया 3/4 मतलब BC कितनी आ गई जी ये 3/4 आ ये भी कढ़ लो लोड़ पैनी है अपन AC कितनी आऊगी देखो जी AC 2 माइनस करांगे आप 2 - 3/4 कितना आ गया जी 5/4 ये अपना 5/4 आ गया सर जे आप ये वाला एंगल थीटा मान लीए तो अपना काम हल हो जाएगा रिजॉल्ट पार्ट का जो कढ़ ही लवांगे ये एंगल थीटा मान लिया आप तो राइट एंगल ट्राइंगल पहला किया है आपने 90 सामने होंगी है हाईपोटन्यूज एंगल के सामने की होंगे परपेंडिकुलर ये परपेंडिकुलर आ ये हाईपोटन्यूज आ तो इधरली की हैगी बेस बन गई साइन थीटा कॉस थीटा पहला कढ़ लो लोड़ पैनी अपनों के ये पहला भी क्वेश्चन किया है आपने जिहड़ा साइन थीटा हैगा वो आऊगा अपने कोल बेस सीधे बनाने आप परपेंडिकुलर अपॉन हाईपोटन्यूज 1/AC 5/4 1/5/4 ये 4/5 आ जाऊगा तो कॉस थीटा आऊगा बेस अपॉन हाईपोटन्यूज बेस कितना हो गया अपने कोल 3/4 अपॉन 5/4 ये आ गया अपने को 3/5 ये दोहां की लोड़ पैनी है तो पहले आप कट के रख ली हुण आप रिजॉल्ट पार्ट की गल करते हैं इक्वलिब्रियम आ जी रिजॉल्ट पार्ट ये लॉन्ग सम करांगे सारा वो भी 0 आऊगा अलॉन्ग वाई एक्सिस करांगे वो भी कितना आऊगा सम करके 0 आऊगा ये रब कर लिए सारा पहला लै रहे हैं आप अलॉन्ग X एक्सिस ये कट रहे हैं X कटना X कितना होगा और 0 इक्वलिब्रियम है जो पहला फोर्स लई हुण ये भी काम इत्थे रोक लो पहला हम रिजॉल्ट पार्ट नूं कटने आउंदे हैगे ने पहला वीडियो पॉज कर लियो वीडियो पॉज करके रिजॉल्ट पार्ट लिख लियो तो बाद देख लियो कि सही लिखे ने तो X आ गया तुहाडा F एंगल कितना बनता 0 मैं सीधा काम चलाऊँगा जी ये T का एंगल कितना 90 है T cos 90 हूँ इतने आप ज़्यादा टाइम नहीं लावांगे पहला कर चुके हैं चंगी तरह आप ये बनेगा T साइन क्यों बनेगा ये एंगल इन्ना देख रहे हैं एंगल तो दूजे वाला कट रहे हैं आप रिजॉल्ट पार्ट X एक्सिस लॉन्ग कट रहे हैं ना जे एंगल दूजे वाला कट रहे हैं तो ये पार्ट की होगा साइन वाला ये बनेगा T sin थीटा
ਹੁਣ ਪਤਾ ਸੀ ਕਿ ਸਾइन ਆਊਗਾ ਤਾਂ साइन थीटा पहले ही ਕੱਢ ਲਿਆ ਆਪਾਂ ਨੇ। ਇਹ ਨੈਗੇਟਿਵ ਕਿਉਂ ਹੋਊਗਾ, ਡਾਇਰੈਕਸ਼ਨ ਆਪੋजिट ਆ। ਇਹ ਆਊਗਾ -4 cos 9 नहीं प्लस 4 cos 90। ये देख लियो, इनू सॉल्व किया आपने। cos 0 ये 0 आ गया जी, cos 0 1 हो गया, cos 90 0 हो गया, t sin थीटा तो 0 इक्वल टू f माइनस टी कितना है अपने sin थीटा है 4/5 4/5 t आ गया। दिस इंपलाइज f कितना आ गया जी अपने को 4/5 t। ये अपना पहली इक्वेशन बन गई। हुण कट रहे हैं जी आप अलॉन्ग वाई एक्सिस, अलॉन्ग वाई एक्सिस कर रहे हैं आप। 0 इक्वल्स टू वाई इक्वल्स टू अलॉन्ग वाई एक्सिस देखा इहदा एंगल कितना बनता वाई दे नाल एफ cos 90 ਇਹਦਾ 0 ਬਣਦਾ, t cos 0 ਇਹਦਾ ਥੀਟਾ ਬਣਦਾ, t cos ਥੀਟਾ ਇਹਦਾ ਬਣਦਾ 0 -4 cos 0। ਇਹ ਪਹਿਲਾਂ ਕਰ ਚੁੱਕੇ ਹਾਂ ਆਪਾਂ। ਚਲੋ ਇਹ ਆ ਗਿਆ ਆਪਣੇ ਕੋਲ 0 ਇਕੁਅਲ ਟੂ cos 90 0 ਹੋ ਗਿਆ, ਇਹ t ਆ ਗਿਆ। cos ਥੀਟਾ ਕਿੰਨਾ ਸੀ ਆਪਣੇ ਕੋਲ ਜੀ 3/5 तो cos 0 1 आ गया जी। इतों t आ जाएगा अपना 5/2, बाकी सॉल्व कर लियो। इतों t 5/2 आ गया जी। तो पुट इन 1 किया, पुट इन 1 किया, f अपना आ जाएगा जी 5/2 t की वैल्यू भरती तो 4/5 सीगा, f अपना आ गया 2। बाकी का कैलकुलेशन नहीं है, मेन डायग्राम आ मेन तो ये जे डायग्राम बनानी आ गई तो अपना काफ़ी काम हो जाएगा। चलो ठीक है, क्वेश्चन करवाने सीगे जी। तो होमवर्क तुहानूं मिलेगा जी, जी प्रॉब्लम हो जो अपने WhatsApp ग्रुप बने हुए हैं वो शेयर कर लीजिए जी। थैंक यू।